ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਮੈਂ ਤੁਹਾਡਾ ਸਵਾਗਤ ਕਰਦੀ ਹਾਂ ਵਿਰਸਾ ਚੈਨਲ ਦੇ ਇਸ ਖਾਸ ਪ੍ਰੋਗਰਾਮ ਕੌਰ ਸਪੀਕਸ ਦੇ ਵਿੱਚ। ਤੇ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਸਾਡੇ ਚੈਨਲ ਦਾ 4th ਐਪੀਸੋਡ, ਜਿਹੜਾ ਕਿ ਤੁਸੀਂ ਪਹਿਲਾਂ ਸਾਡੇ ਐਪੀਸੋਡਸ ਨੂੰ ਬੜਾ ਹੀ ਜ਼ਿਆਦਾ ਪਿਆਰ ਦਿੱਤਾ ਹੈ ਤੇ ਉਮੀਦ ਕਰਦੇ ਹਾਂ ਇਸ ਨੂੰ ਵੀ ਉਨਾ ਹੀ ਜ਼ਿਆਦਾ ਦੇਵੋਗੇ। ਤੇ ਜਿਹੜੇ ਅੱਜ ਦੇ ਮਹਿਮਾਨ ਨੇ ਸਾਡੇ, ਇਹ ਵਾਕਈ ਸਾਡੇ ਲਈ ਬੜੇ ਖਾਸ ਨੇ, ਕਿਉਂਕਿ ਇਹ ਬਾਣੀ ਅਤੇ ਬਾਣੀ ਦੇ ਨਾਲ ਜੁੜੇ ਹੋਏ ਨੇ। ਤੇ ਇਹਨਾਂ ਦਾ ਨਾਮ ਹੈ ਡਾਕਟਰ ਸੁਮਿਤ ਕੌਰ ਜੀ। ਤੇ ਅੱਜ ਅਸੀਂ ਇਹਨਾਂ ਦੇ ਨਾਲ ਸਿੱਖ ਅਧਿਆਤਮਿਕਤਾ ਦੇ ਵਿਸ਼ੇ ਉੱਪਰ ਗੱਲ ਕਰਾਂਗੇ ਤੇ ਉਮੀਦ ਹੈ ਤੁਸੀਂ ਸਾਰੇ ਇਹਨਾਂ ਕੋਲੋਂ ਕੁਛ ਨਾ ਕੁਛ ਸਿੱਖੋਗੇ। ਤੇ ਆਓ ਅਸੀਂ ਸਵਾਗਤ ਕਰਦੇ ਹਾਂ ਡਾਕਟਰ ਸੁਮਿਤ ਕੌਰ ਜੀ ਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਤੁਸੀਂ ਆਪਣਾ ਇੰਨਾ ਕੀਮਤੀ ਸਮਾਂ ਕੱਢ ਕੇ ਸਾਡੇ ਚੈਨਲ ਨੂੰ ਮੌਕਾ ਦਿੱਤਾ ਹੈ ਤੇ ਤੁਹਾਡਾ ਬਹੁਤ ਸਵਾਗਤ ਹੈ ਵਿਰਸਾ ਚੈਨਲ ਦੇ ਉੱਪਰ। ਤੇ ਸਭ ਤੋਂ ਪਹਿਲਾਂ ਤੇ ਆਪ ਜੀ ਆਪਣੇ ਬਾਰੇ ਸਾਡੀ ਸੰਗਤ ਨੂੰ ਜਾਣੂ ਕਰਾਓ। ਹਾਂਜੀ, ਮੇਰਾ ਨਾਮ ਸੁਮੀਤ ਕੌਰ ਹੈ। ਮੈਂ ਪ੍ਰੋਫੈਸ਼ਨਲੀ ਡੈਂਟਲ ਸਰਜਨ ਹਾਂ ਤੇ ਕਰੰਟਲੀ ਜੌਬ ਕਰ ਰਹੀ ਹਾਂ ਜੀ। ਤੇ ਇਸੇ ਨਾਲ ਅਸੀਂ ਸਟਾਰਟ ਕਰਦੇ ਹਾਂ। ਤੇ ਸਾਡਾ ਪਹਿਲਾ ਸਵਾਲ ਜਿਹੜਾ ਤੁਹਾਡੇ ਤੋਂ ਹੈ ਉਹ ਹੈ ਕਿ ਅਸੀਂ ਆਪਣੀ ਨਿੱਤ ਦੀ ਕਿਰਤ ਕਰਦੇ ਹਾਂ, ਦਿਨ ਦੀ ਰੁਝੇਵਿਆਂ ਵਿੱਚ ਸਹਿਜ ਅਵਸਥਾ ਨੂੰ ਕਿਵੇਂ ਪ੍ਰਾਪਤ ਕਰ ਸਕਦੇ ਹਾਂ? ਵਾਹਿਗੁਰੂ, ਜਿਵੇਂ ਕਿ ਗੁਰਬਾਣੀ ਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਫਰਮਾਨ ਹੈ, ਗੁਰ ਸਤਿਗੁਰ ਕਾਜੂ ਸਿੱਖ ਖਾਏ ਸੋ ਪਲ ਕੇ ਉਠਾ ਨਾਮ ਦਿਆ। ਅਸੀਂ ਗੁਰਮੁਖ ਜਦ ਰਾਤ ਨੂੰ ਸੌਂਦੇ ਨੇ ਤੇ ਸਿਮਰਨ ਕਰਕੇ ਸਹਿਜ ਵਿੱਚ ਸੌਂਦੇ ਨੇ ਤੇ ਉੱਠਦੇ ਹੀ ਅਸੀਂ ਪਹਿਲੇ ਸਿਮਰਨ ਅਭਿਆਸ ਕਰਨਾ ਹੁੰਦਾ ਹੈ। ਨਾਮ ਜਪਦੇ ਜਪਦੇ ਜਦ ਅਸੀਂ ਉੱਠਾਂਗੇ ਤੇ ਸਾਡੇ ਲਈ परमात्मा नालों नहीं। उद्यम करे पलके प्रभाती इशनान करे अमृतसर नावे। फिर गुरमुख उद्यम करते ने ते अपने मन नू अमृत इशनान करवाते ने ते ओ अमृत जिहड़ा है साडे इस काया विच ही है। उपदेश गुरु हर हर जप जापे सब केविक पाप गवाए। फिर गुरु जी दे उपदेश नू समझ के अपने ਜਿਹੜੇ ਸਿਨਸ ਨੇ ਉਹਨਾਂ ਤੋਂ ਦੂਰ ਰਹਿੰਦੇ ਨੇ, ਉਹਨਾਂ ਨੂੰ ਇਰੈਡੀਕੇਟ ਕਰਦੇ ਨੇ। ਫਿਰ ਚੜੇ ਦਿਨਸ ਗੁਰਬਾਣੀ ਗਾਵੇ ਉੱਠਦਿਆਂ ਬੈੰਦਿਆਂ ਹਰ ਨਾਮ ਦਿਆ। ਫਿਰ ਉਹ ਆਪਣੇ ਨਿਤਨੇਮ ਸਾਹਿਬ ਜੀ ਦੀ ਸੇਵਾ ਕਰਦੇ ਨੇ, ਪੰਜ ਬਾਣੀਆਂ ਦਾ ਪਾਠ ਕਰਦੇ ਨੇ, ਜਿਸ ਵਿੱਚ ਗੁਰੂ ਜੀ ਨੇ ਸਾਨੂੰ ਦੱਸਿਆ ਹੈ ਕਿ ਜਪਜੀ ਸਾਹਿਬ ਜੀ, ਜਾਪ ਸਾਹਿਬ ਜੀ, ਤ੍ਰਿਪਰਸਾ ਸਵਈਆ ਸਾਹਿਬ ਜੀ, ਚੌਪਾਈ ਸਾਹਿਬ ਜੀ ਤੇ ਆਨੰਦ ਸਾਹਿਬ ਜੀ, ਉਹ ਪੰਜ ਇੱਕ ਐਸੀ ਬਾਣੀਆਂ ਨੇ ਜਿਹੜੇ ਸਾਨੂੰ ਸਿੱਖਣ ਤੋਂ ਆਨੰਦ ਦੀ ਅਵਸਥਾ ਵਿੱਚ ਲੈ ਜਾਂਦੀ ਨੇ। ਉਸਨੂੰ ਅਸੀਂ ਪੜ੍ਹ ਕੇ ਵਿਚਾਰ ਕੇ ਆਪਣੇ ਜੀਵਨ ਵਿੱਚ ਅਮਲ ਕਰਨਾ ਹੁੰਦਾ ਤੇ ਗੁਰੂ ਜੀ ਦੇ ਬਚਨ ਸੁਣਨੇ ਹੁੰਦੇ। ਫਿਰ ਉੱਠਦਿਆਂ ਬੈੰਦਿਆਂ ਹਰ ਨਾਮ ਦਿਆ। ਫਿਰ ਉੱਠਦੇ ਬੈੰਦੇ ਨਿਤ ਕਿਰਤ ਕਰਦਿਆਂ ਉਹ ਆਪਣੇ ਨਾਮ ਨਾਲ ਜੁੜੇ ਰਹਿੰਦੇ ਨੇ ਤੇ ਸਿਮਰਨ ਅਭਿਆਸ ਕਰਦੇ ਰਹਿੰਦੇ। ਹਾਂਜੀ ਵਾਹਿਗੁਰੂ। ਹਾਂਜੀ। ਤੇ ਕਈਆਂ ਦਾ ਨਾ ਖਿਆਲ ਹੁੰਦਾ ਹੈ ਕਿ ਜੇ ਅਸੀਂ ਆਪਣੀ ਡੇ ਟੂ ਡੇ ਲਾਈਫ ਵਿੱਚ ਜਾਂ ਕੰਮਾਂ ਵਿੱਚ ਹੁੰਦੇ ਆ ਤੇ ਨਾਮ ਨਾਲ ਜੁੜਨਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ ਜਾਂ ਜੁੜ ਨਹੀਂ ਸਕਦੇ। ਇਸ ਬਾਰੇ ਤੁਹਾਡੇ ਕੀ ਵਿਚਾਰ ਨੇ? ਹਾਂਜੀ ਵਾਹਿਗੁਰੂ, ਨਾਮ ਨਾਲ ਜੁੜਨਾ ਇਸ ਕਰਕੇ ਡਿਫਿਕਲਟ ਹੈ ਕਿਉਂਕਿ ਅਸੀਂ ਬਹੁਤ ਜਨਮਾਂਤਰਾਂ ਤੋਂ ਪਰਮਾਤਮਾ ਜੀ ਤੋਂ ਵਿਛੜੇ ਹੋਏ ਹਾਂ ਤੇ ਇਸ ਮਨ ਨੂੰ ਬਹੁਤ ਮੈਲ ਲੱਗੀ ਹੋਈ ਹੈ ਤੇ ਇੱਕ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਹੜੀ ਇੱਕ ਕਾਲ ਦੀ ਸਰਕਾਰ ਹੈ, ਇਸਨੇ ਸਾਨੂੰ ਦੁਵਿਧਾ ਵਿੱਚ ਰੱਖਿਆ ਹੋਇਆ ਹੈ, ਜਿਹਦੇ ਕਰਕੇ ਮਨ ਆਲਸ ਕਰਦਾ ਹੈ ਤੇ ਨਾਮ ਨਹੀਂ ਜਪਦਾ। ਇਸ ਕਰਕੇ ਇਹ ਡਿਫਿਕਲਟੀਜ਼ ਆ ਰਹੀ ਨੇ। ਗੁਰੂ ਜੀ ਦਾ ਫਰਮਾਨ ਹੈ, ਇਸ ਦੇਹੀ ਅੰਦਰ ਪੰਜ ਚੋਰ ਵਸੇ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਅੰਮ੍ਰਿਤ ਪੀਤੇ ਮਨਮੁਖ ਨਾ ਬੁਝੇ ਕੋਈ ਨਾ ਸੁਣੇ ਪੁਕਾਰਾ। ਜਦ ਅਸੀਂ ਨਾਮ ਨਾਲ ਨਹੀਂ ਜੁੜਾਂਗੇ ਤੇ ਇਹ ਸਾਨੂੰ ਹੋਰ ਜ਼ਿਆਦਾ ਆਲਸ ਵਿੱਚ ਪਾਈ ਰੱਖਣਗੇ ਤੇ ਇਸ ਕਰਕੇ ਇਸ ਵਿੱਚ ਅਸੀਂ ਉਦਮ ਕਰਨਾ ਹੁੰਦਾ ਹੈ। ਉਦਮ ਕਰਕੇ ਜਦ ਅਸੀਂ ਨਾਮ ਜਪਾਂਗੇ ਤੇ ਕੁਝ ਵੀ ਡਿਫਿਕਲਟ ਨਹੀਂ ਹੁੰਦਾ। ਆਹਿਸਤਾ ਆਹਿਸਤਾ ਜਦ ਸਾਡੇ ਮਨ ਦੀ ਮੈਲ ਧੁੱਲੇਗੀ ਤੇ ਅਸੀਂ ਸਪਿਰਚੁਅਲ ਲੈਵਲ ਤੇ ਗੁਰੂ ਜੀ ਦੀ ਗੱਲ ਨੂੰ ਸਮਝਾਂਗੇ ਤੇ ਆਪਣੀ ਅਵਸਥਾ ਅੱਗੇ ਵਧਾ ਕੇ ਆਪਣੀ ਜਿਹੜੀ ਗੁਰਬਾਣੀ ਦੇ ਫਰਮਾਨ ਨੇ ਉਹਨਾਂ ਤੇ ਚੱਲ ਸਕਦੇ ਹਾਂ। ਤੇ ਭੈਣ ਜੀ ਮੈਨੂੰ ਦੱਸੋ ਕਿ ਆਤਮਿਕ ਅਡੋਲਤਾ ਦੀ ਪ੍ਰਾਪਤੀ ਗੁਰਬਾਣੀ ਅਨੁਸਾਰ ਅਸੀਂ ਕਿਵੇਂ ਕਰ ਸਕਦੇ ਹਾਂ? ਆਤਮਿਕ ਅਡੋਲਤਾ ਜਿਹੜੀ ਹੈ ਉਹ ਗੁਰੂ ਜੀ ਦਾ ਫਰਮਾਨ ਹੈ, ਪੂਰਨ ਜੋਤ ਜਗੇ ਕਟ में
ਤਬ ਖਾਲਸ ਨਾ ਹੈ ਨਾ ਖਾਲਸ ਜਾਣੇ। ਜਿਨ੍ਹਾਂ ਗੁਰਮੁਖਾਂ ਦੀ ਪੂਰਨ ਜੋਤ ਪ੍ਰਗਟ ਹੁੰਦੀ ਹੈ ਉਹ ਆਤਮਿਕ ਅਡੋਲਤਾ ਵਿੱਚ ਹੁੰਦੇ ਨੇ, ਤੇ ਉਸ ਅਵਸਥਾ ਤੱਕ ਪਹੁੰਚਣ ਲਈ ਸਾਨੂੰ ਸਭ ਤੋਂ ਪਹਿਲੀ ਪੌੜੀ ਹੈ ਸਿਮਰਨ ਕਰਨਾ। ਸਿਮਰਨ ਕਰਦੇ ਕਰਦੇ ਜਿਹੜੇ ਗੁਰਮੁਖ ਨੇ ਉਹ ਉਸ ਅਵਸਥਾ ਤੱਕ ਪਹੁੰਚ ਜਾਂਦੇ ਨੇ ਕਿ ਉਹ ਨਿਰੰਤਰ ਪਰਮਾਤਮਾ ਦੇ ਦਰਸ਼ਨ ਕਰਦੇ ਨੇ, ਤੇ ਉਹਨਾਂ ਦੇ ਅੰਦਰ ਪਰਮਾਤਮਾ ਦੀ ਜੋਤ ਪ੍ਰਗਟ ਹੋ ਜਾਂਦੀ ਹੈ। ਜਦੋਂ ਪਰਮਾਤਮਾ ਦੀ ਜੋਤ ਪ੍ਰਗਟ ਹੁੰਦੀ ਹੈ ਤੇ ਉਹ ਹਰ ਵੇਲੇ ਪਰਮਾਤਮਾ ਜੀ ਉਹਨਾਂ ਦੇ ਅੰਗ ਸੰਗ ਸਾਈ ਹੁੰਦੇ ਨੇ ਤੇ ਆਤਮਿਕ ਅਡੋਲਤਾ ਬਣੀ ਰਹਿੰਦੀ ਹੈ। ਹਾਂਜੀ, ਤੇ ਭੈਣ ਜੀ ਕਈ ਵਾਰ ਕੀ ਹੁੰਦਾ ਕਿ ਆਤਮਿਕ ਅਡੋਲਤਾ ਦੇ ਦੌਰਾਨ ਮਨ ਦੀ ਸਥਿਰਤਾ ਬਰਕਰਾਰ ਨਹੀਂ ਰਹਿੰਦੀ, ਤੇ ਇਸ ਨੂੰ ਕਿਵੇਂ ਸੰਭਾਲ ਸਕਦੇ ਹਾਂ ਅਸੀਂ? ਹਾਂਜੀ, ਇਸ ਨੂੰ ਸੰਭਾਲਣ ਦਾ ਇਹੋ ਹੈ, ਗੁਰੂ ਜੀ ਦਾ ਫਰਮਾਨ ਹੈ, ਬਾਰ ਬਾਰ ਪ੍ਰਭ ਜਪੀਏ, ਪੀ ਅੰਮ੍ਰਿਤ ਇਹ ਮਨ ਤੰਤਰ ਪੀਏ। ਅਸੀਂ ਬਾਰੰਬਾਰ ਜਾਪ ਕਰਨਾ ਹੈ ਤੇ ਸਾਡੇ ਅੰਦਰ ਜਿਹੜਾ ਅੰਮ੍ਰਿਤ ਰਸ ਇਸ ਕੁੰਠ ਵਿੱਚ ਭਰਿਆ ਹੋਇਆ ਹੈ, ਅੰਮ੍ਰਿਤ ਕੁੰਠਾ ਭਰਿਆ, ਗੁਰੂ ਜੀ ਦਾ ਫਰਮਾਨ ਹੈ, ਉਹਨੂੰ ਚੱਕ ਕੇ ਤੇ ਅਸੀਂ ਆਪਣੀ ਆਤਮਿਕ ਅਵਸਥਾ ਨੂੰ ਪ੍ਰਾਪਤ ਕਰ ਸਕਦੇ ਹਾਂ ਤੇ ਇਸ ਆਤਮਿਕ ਅਡੋਲਤਾ ਤੋਂ ਬਚ ਸਕਦੇ ਹਾਂ। ਤੇ ਅਸੀਂ ਨਿਰੰਤਰ ਹੀ ਅਭਿਆਸ ਕਰਨਾ ਹੁੰਦਾ ਹੈ ਗੁਰਬਾਣੀ, ਗੁਰੂ ਜੀ ਦਾ ਫਰਮਾਨ ਨੂੰ, ਆਪਣੇ ਬਚਨਾਂ ਨੂੰ ਆਪਣੇ ਹਿਰਦੇ ਵਸਾਈ ਰੱਖਣਾ ਹੁੰਦਾ ਹੈ, ਪੂਰਨ ਸੰਤ ਦਾ ਸੰਗ ਕਰਨਾ ਹੁੰਦਾ ਹੈ ਤੇ ਗੁਰੂ ਜੀ ਨੂੰ ਮੱਥਾ ਟੇਕਣ ਤੱਕ ਸੀਮਤ ਨਹੀਂ ਰੱਖਣਾ, ਉਹਨਾਂ ਦੀ ਗੁਰਬਾਣੀ ਨੂੰ ਸਮਝਣਾ ਤੇ ਵਿਚਾਰਨਾ ਹੁੰਦਾ ਹੈ। ਜਦ ਅਸੀਂ ਉਹਨਾਂ ਨੂੰ ਸਮਝਾਂਗੇ ਫਿਰ ਅਸੀਂ ਅਭਿਆਸ ਕਰਾਂਗੇ ਤੇ ਸਾਡੀ ਆਤਮਿਕ ਅਡੋਲਤਾ ਨਹੀਂ ਹੋਏਗੀ ਤੇ ਅਸੀਂ ਆਤਮਿਕ ਅਵਸਥਾ ਵਿੱਚ ਚੱਲਦੇ ਰਹਾਂਗੇ। ਹਾਂਜੀ, ਇਹ ਗੱਲ ਤਾਂ ਹੈ, ਗੁਰੂ ਦੇ ਨਾਮ ਬਿਨਾ ਕੋਈ ਵੀ ਚੀਜ਼ ਅਸੀਂ ਪ੍ਰਾਪਤ ਨਹੀਂ ਕਰ ਸਕਦੇ ਤੇ ਕੰਸਿਸਟੈਂਸੀ ਜਿਹੜੀ ਆ ਬਹੁਤ ਜ਼ਰੂਰੀ ਹੈ। ਜੇ ਸਿਮਰਨ ਜਿਹੜਾ ਹੈ ਅਸੀਂ ਲਗਾਤਾਰ ਕਰਾਂਗੇ ਤੇ ਤਾਂ ਅਸੀਂ ਕਿਸੇ ਚੀਜ਼ ਨੂੰ ਪ੍ਰਾਪਤ ਕਰ ਸਕਦੇ ਹਾਂ। ਤੇ ਮੈਨੂੰ ਦੱਸੋ ਭੈਣ ਜੀ ਕਿ ਗੁਰਬਾਣੀ ਅਨੁਸਾਰ ਜਿਹੜਾ ਨਾਮ ਨਾਲ ਨਹੀਂ ਜੁੜਿਆ ਹੈ ਉਸ ਦੀ ਅਵਸਥਾ ਕੀ ਹੋ ਜਾਂਦੀ ਹੈ? ਕਹਿੰਦੇ ਨੇ ਨਾਮ ਲਾਜ ਮਰੇ ਜੋ ਨਾਮ ਨਾ ਲੇਵੇ, ਕਹਿੰਦੇ ਉਸ ਨੂੰ ਲੱਜਾਂ ਨਾਲ ਮਰ ਜਾਣਾ ਚਾਹੀਦਾ ਹੈ ਜੋ ਨਾਮ ਨਹੀਂ ਲੈਂਦੇ। ਨਿਰਭਉ ਹੋਏ ਭਜੋ ਭਗਵਾਨ, ਕਹਿੰਦੇ ਨਿਰਭਉ ਹੋ ਕੇ ਪਰਮਾਤਮਾ ਜੀ ਦਾ ਨਾਮ ਜਪੋ। ਰਸਨਾ ਜਪੇ ਨਾ ਨਾਮ ਕਲ ਕਰ ਕੱਟੀਏ, ਕਹਿੰਦੇ ਅਗਰ ਤੁਸੀਂ ਨਾਮ ਨਹੀਂ ਜਪਦੇ ਤੇ ਤੁਹਾਡੀ ਜਿਹੜੀ ਜ਼ੁਬਾਨ ਹੈ ਉਹ ਨਿੰਦਿਆ, ਚੁਗਲੀ, ਈਰਖਾ ਵਿੱਚ ਦਿਨੋ ਦਿਨ ਕੱਟੀ ਜਾਂਦੀ ਹੈ। ਅਸੀਂ ਅਗਰ ਹਰੀ ਦਾ ਪਰਮਾਤਮਾ ਜੀ ਦਾ ਨਾਮ ਨਹੀਂ ਜਪਦੇ ਤੇ ਅਸੀਂ ਦਿਨੋ ਦਿਨ ਆਪਣੀ ਆਤਮਿਕ ਅਵਸਥਾ ਨੂੰ ਕਮਜ਼ੋਰ ਕਰੀ ਜਾਂਦੇ ਹਾਂ। ਅਸੀਂ ਆਪਣੇ ਮਨ ਨੂੰ ਬਲਵਾਨ ਰੱਖਣ ਲਈ ਅਭਿਆਸ ਨਿਰੰਤਰ ਕਰਨਾ ਹੁੰਦਾ ਹੈ ਤਾਂ ਕਿ ਅਸੀਂ ਇਸ ਨੂੰ ਬਲਵਾਨ ਰੱਖੀਏ। ਤੇ ਅਗਰ ਅਸੀਂ ਨਾਮ ਨਹੀਂ ਜਪਾਂਗੇ ਤੇ ਸਾਨੂੰ ਇਹ ਅੰਦਰੋਂ ਬਹੁਤ ਕਮਜ਼ੋਰ ਕਰਨਗੇ ਤੇ ਸਾਡਾ ਮਨ ਜਿਹੜਾ ਹੈ ਉਹ ਟਰੱਗ ਜੈਸਾ ਹੋ ਜਾਂਦਾ ਹੈ ਤੇ ਉਹਨੂੰ ਗੁਰੂ ਜੀ ਨੇ, ਜਿਵੇਂ ਮੈਂ ਤੁਹਾਨੂੰ ਆਲਰੇਡੀ ਦੱਸਿਆ ਹੈ, ਗੁਰੂ ਜੀ ਨੇ ਕਿਹਾ ਉਸ ਬੰਦੇ ਨੂੰ ਲਾਜ ਨਾਲ ਮਰ ਜਾਣਾ ਚਾਹੀਦਾ। ਹਾਂਜੀ ਬਿਲਕੁਲ, ਨਾਮ ਬਿਨਾਂ ਤੇ ਸਾਡੇ ਜੀਵਨ 'ਚ ਹੈ ਵੀ ਨਹੀਂ ਕੁਝ। ਤੇ ਮੈਨੂੰ ਦੱਸੋ ਭੈਣ ਜੀ, ਗੁਰਬਾਣੀ ਦੇ ਅਨੁਸਾਰ ਅਸੀਂ ਆਪਣੇ ਜੀਵਨ ਨੂੰ ਕਿਵੇਂ ਜੀ ਸਕਦੇ ਹਾਂ? ਹਾਂਜੀ, ਗੁਰਬਾਣੀ ਦੇ ਅਨੁਸਾਰ ਜੀਣ ਲਈ ਸਭ ਤੋਂ ਪਹਿਲੇ ਅਸੀਂ ਆਪਣੇ ਆਪ ਨੂੰ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਸਮਰਪਣ ਕਰਨਾ ਹੁੰਦਾ ਹੈ। ਅਸੀਂ ਸਿਰਫ ਉਹਨਾਂ ਨੂੰ ਮੱਥਾ ਟੇਕਣ ਤੱਕ ਸੀਮਿਤ ਨਹੀਂ ਰੱਖਣਾ। ਜਿਵੇਂ ਗੁਰੂ ਜੀ ਦਾ ਫਰਮਾਨ ਹੈ, ਪਹਿਲਾ ਮਰਨ ਕਬੂਲ ਜੀਵਨ ਕੀ ਛੜ ਆਸ, ਹੋ ਸਭਨਾ ਕੀ ਰਹਿਣ ਕਾ ਤੋ ਆਓ ਹਮਾਰੇ ਪਾਸ। ਅਸੀਂ ਜਦ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕੋਲ ਜਾਣਾ ਹੈ ਤੇ ਆਪਣੇ ਹੋਮੇ ਨੂੰ ਪਿੱਛੇ ਰੱਖ ਕੇ ਜਾਣਾ ਹੈ, ਕਿਉਂਕਿ ਗੁਰੂ ਜੀ ਦਾ ਫਰਮਾਨ ਹੈ, ਹੋਮੇ ਨਾਵੇਂ ਨਾਲ ਵਿਰੋਧ ਹੈ, ਬੈਨ ਲਾਇਕ ਥਾਏ। ਹੋਮੇ ਜਿੱਥੇ ਹੋਮੇ ਹੋਏਗੀ ਉੱਥੇ ਗੁਰੂ ਜੀ ਦੀ ਖੁਸ਼ੀ ਨਹੀਂ ਹੁੰਦੀ। ਇਸ ਕਰਕੇ ਅਸੀਂ ਆਪਣੇ ਆਪ ਨੂੰ ਬਿਲਕੁਲ ਆਪਣੇ ਹੋਮੇ ਨੂੰ ਤਿਆਗ ਕੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਆਪਣਾ ਆਪ ਸਮਰਪਣ ਕਰਨਾ ਹੁੰਦਾ ਹੈ ਤੇ ਗੁਰੂ ਜੀ ਦੇ ਫਰਮਾਨ ਮੰਨੇ ਹੁੰਦੇ ਆ ਤੇ ਉਹਨਾਂ ਤੇ ਚੱਲਣਾ ਹੁੰਦਾ ਹੈ। ਜਦ ਅਸੀਂ ਉਹਨਾਂ ਤੇ ਚੱਲਾਂਗੇ ਫਿਰ ਗੁਰੂ ਜੀ ਸਾਡੇ ਤੇ ਖੁਸ਼ ਹੁੰਦੇ ਆ। ਫਿਰ ਕਹਿੰਦੇ ਚਰਨ ਸ਼ਰਨ ਗੁਰੂ ਏਕ ਪੈਂਡਾ ਜਾਏ ਚਲ, ਸਤਿਗੁਰੂ ਕੋਟ ਪੈਂਡਾ ਤੇ ਫਿਰ ਸਾਡੇ ਵੱਲ ਉਹਨਾਂ ਦੀ ਨਿਗਾਹ ਹੋ ਜਾਂਦੀ ਹੈ ਤੇ ਸਾਡੇ ਤੇ ਕਿਰਪਾ ਹੁੰਦੀ ਹੈ, ਕਿਉਂਕਿ ਕਿਰਪਾ ਤੋਂ ਬਿਨਾਂ ਤੇ ਅਸੀਂ ਚੱਲ ਨਹੀਂ ਸਕਦੇ। ਫਿਰ ਉਹਨਾਂ ਦੀ ਕਿਰਪਾ ਹੁੰਦੀ ਹੈ ਤੇ ਅਸੀਂ ਉਹਨਾਂ ਦੇ ਦੱਸੇ ਹੋਏ ਬਚਨਾਂ ਤੇ ਚੱਲ ਸਕਦੇ ਹਾਂ। ਹਾਂਜੀ, ਤੇ ਪਰਮਾਤਮਾ ਨੂੰ ਖੁਸ਼ ਕਰਨ ਤੋਂ ਜ਼ਿਆਦਾ ਸਾਡੇ ਜੀਵਨ ਦਾ ਹੋਰ ਕੋਈ ਕੰਮ ਹੋਣਾ ਹੀ ਨਹੀਂ ਚਾਹੀਦਾ। ਗੁਰੂ ਜੀ ਦਾ ਫਰਮਾਨ ਹੈ ਨਾ, ਪਈ ਪ੍ਰਾਪਤ ਮਾਨੁਖ ਤੇ ਵਰੀਆ ਗੋਬਿੰਦ ਮਿਲਣ ਕੀ ਤੇਰੀ ਵਰੀਆ। ਅਸੀਂ ਅਜਨੀ ਅਗਲੇ ਜਨਮ
ਕਿਉਂਕਿ ਅਸੀਂ ਬਹੁਤ ਜਨਮਾਂ ਤੋਂ ਪਰਮਾਤਮਾ ਜੀ ਤੋਂ ਭਟਕੇ ਹੋਏ ਹਾਂ, ਉਹਨਾਂ ਤੋਂ ਵਿਛੜੇ ਹੋਏ ਹਾਂ। ਜਦ ਤੱਕ ਅਸੀਂ ਉਹਨਾਂ ਨੂੰ ਨਹੀਂ ਮਿਲਾਂਗੇ ਤੇ ਸਾਡੇ ਜੀਵਨ ਦਾ ਮਨੋਰਥ ਪੂਰਾ ਨਹੀਂ ਹੋਣਾ, ਕਿਉਂਕਿ ਆਖਿਰਕਾਰ ਅਸੀਂ ਜਨਮ ਮਰਨ ਦੇ ਗੇੜ ਵਿੱਚ 84 ਲੱਖ ਗੇੜਾਂ ਵਿੱਚ ਭਟਕਦੇ ਰਵਾਂਗੇ ਤੇ ਸਾਨੂੰ ਇਹ ਮਨੁੱਖਾਂ ਦੀ ਬੜੀ ਹੀ ਮੈਂ ਕਹਿੰਦੀ ਆ ਬਹੁਤ ਹੀ ਕਰਮਾਂ ਨਾਲ ਮਿਲੀ ਹੋਈ ਹੈ, ਕਿਉਂਕਿ ਇਸ ਦੇ ਹੀ ਕੋ ਸਿਮਰੇ ਦੇਵ, ਇਸ ਨੂੰ ਦੇਵਤੇ ਵੀ ਸਿਮਰਦੇ ਨੇ ਤੇ ਸਾਨੂੰ ਸਾਡੇ ਤੇ ਪਰਮਾਤਮਾ ਜੀ ਨੇ ਬਹੁਤ ਕਿਰਪਾ ਕੀਤੀ ਹੈ, ਮਨੁੱਖਾਂ ਦੇ ਹੀ ਬਖਸ਼ੀ ਹੋਈ ਹੈ ਤੇ ਸਾਨੂੰ ਇਸ ਦਾ ਲਾਭ ਲੈ ਕੇ ਸਾਨੂੰ ਲਾਹਾ ਖੱਟਣਾ ਚਾਹੀਦਾ ਹੈ ਤੇ ਪਰਮਾਤਮਾ ਜੀ ਨਾਲ ਜੁੜਨਾ ਚਾਹੀਦਾ ਹੈ। ਹਾਂਜੀ, ਇਹ ਗੱਲ ਤਾਂ ਹੈ। ਮਨੁੱਖਾ ਜੀਵਨ ਸਾਨੂੰ ਬੜਾ ਹੀ ਵਡਭਾਗੀਆਂ ਸੀ, ਸਾਨੂੰ ਮਨੁੱਖਾ ਜੀਵਨ ਗੁਰੂ ਮਹਾਰਾਜ ਨੇ ਬਖਸ਼ਿਆ ਹੈ ਤੇ ਸਾਨੂੰ ਚਾਹੀਦਾ ਹੈ ਕਿ ਗੁਰੂ ਮਹਾਰਾਜ ਨਾਲ ਮਿਲ ਜਾਈਏ ਤੇ ਮਤਲਬ ਇਸ ਤਰ੍ਹਾਂ ਭਟਕਦੇ ਨਾ ਰਹੀਏ। ਤੇ ਭੈਣ ਜੀ ਮੈਨੂੰ ਦੱਸੋ, ਆਤਮਿਕ ਅਡੋਲਤਾ ਦਾ ਅਧਿਐਨ ਕਰਨਾ ਜ਼ਰੂਰੀ ਕਿਉਂ ਹੈ? ਆਤਮਿਕ ਅਡੋਲਤਾ ਦਾ ਅਧਿਐਨ ਕਰਨਾ ਇਸ ਲਈ ਜ਼ਰੂਰੀ ਹੈ ਕਿਉਂਕਿ ਅਗਰ ਅਸੀਂ ਆਤਮਿਕ ਅਡੋਲਤਾ ਨਹੀਂ, ਜਿਵੇਂ ਕਿ ਮੈਂ ਤੁਹਾਨੂੰ ਆਲਰੇਡੀ ਦੱਸਿਆ ਹੋਇਆ ਹੈ ਕਿ ਸਾਨੂੰ ਇਹ ਮਨੁੱਖਾਂ ਦੇ ਹੀ ਬਹੁਤ ਹੀ ਕਰਮਾਂ ਨਾਲ ਮਿਲੀ ਹੋਈ ਹੈ ਤੇ ਗੁਰੂ ਜੀ ਦਾ ਫਰਮਾਨ ਹੈ, ਫਿਰਤ ਫਿਰਤ ਪ੍ਰਭ ਆਇਓ ਪਰਿਓ ਤੋ ਸ਼ਰਮਾਈ, ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਈ। ਕਹਿੰਦੇ ਜਨਮਾਂ ਜਨਮਾਂਤਰਾਂ ਤੋਂ ਅਸੀਂ ਭਟਕ ਕੇ ਹੁਣ ਸਾਨੂੰ ਪਰਮਾਤਮਾ ਨੇ ਕਿਰਪਾ ਕਰਕੇ ਇਹ ਮਨੁੱਖਾਂ ਦੇ ਹੀ ਬਖਸ਼ੀ ਹੋਈ ਹੈ ਤੇ ਅਗਰ ਅਸੀਂ ਇਸ ਦਾ ਲਾਭ ਨਹੀਂ ਲਵਾਂਗੇ ਤੇ ਅਸੀਂ ਫਿਰ ਜਨਮ ਮਰਨ ਦੇ ਗੇੜ ਵਿੱਚ ਪੈ ਜਾਵਾਂਗੇ, ਕਿਉਂਕਿ ਕਈ ਜਨਮ ਅਸੀਂ ਕੀਟ ਪਤੰਗੇ ਸਾਂ, ਕਈ ਜਨਮ ਅਸੀਂ ਕੁਝ ਪੇੜ ਪੌਦੇ ਸਾਂ ਤੇ ਕਈ ਜਨਮ ਅਸੀਂ ਹੋਰ ਜੂਨਾਂ ਵਿੱਚ ਕੱਢ ਕੇ ਆਏ ਹਾਂ। ਹੁਣ ਇਹ ਗੋਬਿੰਦ ਨੂੰ ਮਿਲਣ ਦੀ ਵਾਰੀ ਆਈ ਹੋਈ ਹੈ ਤੇ ਸਾਨੂੰ ਪਰਮਾਤਮਾ ਨੂੰ ਮਿਲਣ ਦੀ ਇਹੋ ਇੱਕ ਅਵਸਥਾ ਹੈ, ਇਹੋ ਇੱਕ ਜੀਵਨ ਹੈ ਜਿਸ ਵਿੱਚ ਅਸੀਂ ਪਰਮਾਤਮਾ ਜੀ ਨੂੰ ਮਿਲ ਸਕਦੇ ਹਾਂ। ਤੇ ਜਦ ਅਸੀਂ ਆਤਮਿਕ ਅਵਸਥਾ ਨੂੰ ਪ੍ਰਾਪਤ ਕਰਦੇ ਹਾਂ ਤੇ ਸਾਡਾ ਮਨ ਜਿਹੜਾ ਹੈ ਉਹ ਸਹਿਜ ਵਿੱਚ ਜਾਂਦਾ ਹੈ। ਜਦ ਸਹਿਜ ਵਿੱਚ ਜਾਂਦਾ ਹੈ ਤੇ ਅੱਗੇ ਦੀ ਸਾਡੀ ਸਟੇਜਾਂ ਸਟਾਰਟ ਹੋ ਜਾਂਦੀ ਹੈ ਤੇ ਅਸੀਂ ਆਪਣੇ ਨਿਰੰਤਰ ਪਰਮਾਤਮਾ ਜੀ ਨੂੰ ਮਿਲ ਸਕਦੇ ਹਾਂ, ਕਿਉਂਕਿ ਅਸੀਂ ਜਿੰਦੀ ਜੀ ਹੀ ਸੱਚਖੰਡ ਪਰਮਾਤਮਾ ਜੀ ਨਾਲ ਆਪਣੇ ਨਿਜ ਘਰ ਅਗਮ ਵਿੱਚ ਪਰਮਾਤਮਾ ਨੂੰ ਮਿਲਣਾ ਹੁੰਦਾ ਹੈ, ਕਿਉਂਕਿ ਮਰ ਕੇ ਅਸੀਂ ਪਰਮਾਤਮਾ ਨੂੰ ਨਹੀਂ ਮਿਲ ਸਕਦੇ। ਜਿੰਨੇ ਸਵਾਸ ਸਾਨੂੰ ਇਹ ਬਖਸ਼ੇ ਹੋਏ ਆ, ਅਸੀਂ ਇਸ ਨੂੰ ਵੇਸਟ ਨਾ ਕਰਕੇ ਇਹਨੂੰ ਨਿਰੰਤਰ ਹੀ ਜਮਾ ਕਰਵਾਈਏ ਤਾਂ ਕਿ ਪਰਮਾਤਮਾ ਜੀ ਦੀ ਸਾਡੇ ਤੇ ਪ੍ਰਤੀਤ ਆਏ ਤੇ ਸਾਨੂੰ ਆਪਣੇ ਨਾਲ ਮਿਲਾਪ ਕਰਨ। ਤੇ ਇਸ ਕਰਕੇ ਆਤਮਿਕ ਅਡੋਲਤਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ। ਇਸ ਤੋਂ ਬਿਨਾ ਅਸੀਂ ਸਿਰਫ ਆਪਣਾ ਜੀਵਨ ਇੱਕ ਮ੍ਰਿਤਕ ਦੇ ਨਾਲੋਂ ਬਸ ਬਤੀਤ ਹੀ ਕਰ ਰਹੇ ਹਾਂ, ਬਸ ਸਵਾਸ ਲੈ ਰਹੇ ਹਾਂ। ਜਿਵੇਂ ਕਿ ਇੱਕ ਜਾਨਵਰ ਹੈ, ਉਹ ਵੀ ਸਵਾਸ ਲੈਂਦਾ ਹੈ, ਖਰਚ ਕਰਦਾ ਹੈ, ਖਾਂਦਾ ਹੈ, ਪੀਂਦਾ ਹੈ, ਸੌਂਦਾ ਹੈ। ਅਸੀਂ ਵੀ ਆਪਣਾ ਜੀਵਨ ਐਵੇਂ ਹੀ ਵਿਅਰਥ ਗਵਾ ਦਿਆਂਗੇ ਤੇ ਸਾਡੇ ਵਿੱਚ ਤੇ ਉਹਨਾਂ ਜੂਨਾਂ ਵਿੱਚ ਫਿਰ ਕੋਈ ਫਰਕ, ਕੋਈ ਅੰਤਰ ਨਹੀਂ ਰਹਿ ਜਾਂਦਾ। ਜੀ ਭੈਣ ਜੀ, ਬਿਲਕੁਲ। ਤੇ ਭੈਣ ਜੀ ਮੈਨੂੰ ਦੱਸੋ ਕਿ ਨਾਮ ਮਾਰਗ ਵਿੱਚ ਜ਼ਰੂਰੀ ਹਦਾਇਤਾਂ ਨੂੰ ਸਾਂਝਾ ਕਰੋ ਸਾਡੇ ਨਾਲ। ਹਾਂਜੀ ਵਾਹਿਗੁਰੂ, ਜਿਵੇਂ ਕਿ ਸਾਡੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਾਨੂੰ ਰਹਿਤਾਂ ਬਖਸ਼ੀ ਨੇ, ਉਹ ਅਸੀਂ ਇਸ ਸਰੀਰ ਨਾਲ ਉਹ ਰਹਿਤਾਂ ਰੱਖਦੇ ਹਾਂ। ਐਵੇਂ ਸਾਡੇ ਮਨ ਨੂੰ ਵੀ ਕੁਝ ਰਹਿਤਾਂ ਦੀ ਜ਼ਰੂਰਤ ਹੁੰਦੀ ਹੈ ਤੇ ਉਹ ਹੈ ਨਿੰਦਿਆ, ਚੁਗਲੀ, ਈਰਖਾ, ਦੁਵਿਧਾ, ਵੈਰ ਵਿਰੋਧ ਤੋਂ ਉੱਠ ਕੇ ਇਹਨਾਂ ਮਨ ਨੂੰ ਇਸ ਤੋਂ ਪਰਹੇਜ਼ ਰੱਖਣਾ ਹੈ ਤਾਂ ਕਿ ਉਹ ਆਤਮਿਕ ਅਵਸਥਾ ਨੂੰ ਸੰਭਾਲ ਕੇ ਰੱਖੇ। ਕਿਉਂਕਿ ਅਸੀਂ ਅਗਰ ਨਾਮ ਜਪਾਂਗੇ ਤੇ ਬਾਹਰ ਨਿਕਲ ਕੇ ਕਿਸੇ ਦੀ ਨਿੰਦਿਆ, ਚੁਗਲੀ ਕਰ ਲਾਂਗੇ ਤੇ ਜਿੰਨਾ ਅਸੀਂ ਕਮਾਇਆ ਉਹ ਅਸੀਂ ਵੇਸਟ ਗਵਾਤਾ। ਤੇ ਇਸ ਕਰਕੇ ਸਾਨੂੰ ਜਦ ਵੀ ਅਸੀਂ ਨਾਮ ਜਪੀਏ ਤੇ ਸਾਨੂੰ ਇਸ ਚੀਜ਼ ਦਾ ਬਹੁਤ ਹੀ ਜ਼ਿਆਦਾ ਧਿਆਨ ਰੱਖਣਾ ਹੁੰਦਾ ਹੈ ਕਿ ਕਿਤੇ ਕਾਲ ਦੀ ਸਰਕਾਰ ਸਾਨੂੰ ਠੱਗ ਨਾ ਲਏ। ਤੇ ਇਹ ਨਿਰੰਤਰ ਹੀ ਕੋਸ਼ਿਸ਼ ਕਰਦੀ ਰਹਿੰਦੀ ਹੈ ਕਿ ਕਿਵੇਂ ਇਸ ਨੂੰ ਭਟਕਾਇਆ ਜਾਏ ਤੇ ਸਾਨੂੰ ਬੜਾ ਸੁਚੇਤ ਹੋ ਕੇ ਇਹਨਾਂ ਤੋਂ ਬਚ ਕੇ ਰਹਿਣਾ ਹੈ ਤੇ ਇਹਨਾਂ ਪ੍ਰੀਕਾਸ਼ਨਸ ਨੂੰ ਲੈ ਕੇ ਚੱਲਣਾ ਹੈ ਕਿ ਅਸੀਂ ਕਿਸੇ ਦੀ ਨਿੰਦਿਆ ਨਾ ਕਰੀਏ। ਕਿਉਂਕਿ ਸਭ ਤੋਂ ਵੱਡੀ ਗੱਲ ਹੈ ਕਿ ਅਸੀਂ ਆਪਣੇ ਘਰ ਵਿੱਚ ਰਹਿਣਾ ਹੁੰਦਾ ਹੈ, ਬਟ ਅਸੀਂ ਵਿਚਾਰਾਂ ਵਿੱਚ ਫਸ ਕੇ ਹਮੇਸ਼ਾ ਦੂਸਰੇ ਦੇ ਘਰ ਵਿੱਚ ਰਹਿੰਦੇ ਹਾਂ। ਅਸੀਂ ਦੂਸਰੇ ਦੇ ਬਾਰੇ ਸੋਚਦੇ ਹਾਂ ਕਿਉਂਕਿ ਵਿਚਾਰ ਹੁੰਦੇ ਹੀ ਦੂਸਰੇ ਬਾਰੇ, ਆਪਣੇ ਬਾਰੇ ਨਹੀਂ ਹੁੰਦੇ। ਤੇ ਅਸੀਂ ਆਪਣੇ ਬਾਰੇ ਹੀ ਸੋਚ ਕੇ ਆਪਣੇ ਕਾਇਆ ਦੀ ਖੋਜ ਕਰਨੀ ਹੈ। ਗੁਰੂ ਜੀ ਦਾ ਫਰਮਾਨ ਹੈ, ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੇ ਸੋ ਪਾਏ। ਤੇ ਆਪਣੇ ਹੀ ਬ੍ਰਹਮੰਡ ਦੀ ਖੋਜ ਕਰਕੇ ਆਪਣੇ ਹੀ ਅੰਦਰ ਪਰਮਾਤਮਾ ਜੀ ਨੂੰ ਆਪਣੇ ਹੀ, ਕਿਉਂਕਿ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ।
ਮਨ ਜੋਤ ਸਰੂਪ ਹੈ, ਉਸ ਨੂੰ ਪਛਾਣਨਾ ਹੈ। ਤੇ ਅਸੀਂ ਇਹਨਾਂ ਚੀਜ਼ਾਂ ਤੋਂ ਬੜੀ ਪਰਹੇਜ਼ ਕਰਨੀ ਹੈ ਕਿ ਅਸੀਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਤੋਂ ਬਚੇ ਰਹੀਏ, ਤ੍ਰੈ ਗੁਣੀ ਮਾਇਆ ਤੋਂ ਬਚੇ ਰਹੀਏ। ਅਸੀਂ ਤਮੋ ਗੁਣ ਤੇ, ਰਜੋ ਗੁਣ ਤੇ, ਸਤੋ ਗੁਣ ਤੇ ਆਪਣੇ ਜ਼ਿਆਦਾ ਤੋਂ ਜ਼ਿਆਦਾ ਸਵਾਸ ਖਰਚ ਨਾ ਕਰੀਏ ਤੇ ਚੌਥੇ ਪਦ ਵਿੱਚ ਹੀ ਆਪਣੇ ਸਵਾਸ ਖਰਚ ਕਰੀਏ। ਉਹ ਜਦ ਅਸੀਂ ਵਿਚਾਰ ਰਹਿਤ ਹੋ ਕੇ ਪਰਮਾਤਮਾ ਜੀ ਨੂੰ ਪੂਰੇ ਚਿੱਤ ਵਿੱਚ ਰਹਿ ਕੇ ਨਾਮ ਜਪਾਂਗੇ ਤੇ ਅਸੀਂ ਇਹਨਾਂ ਚੀਜ਼ਾਂ ਤੋਂ ਬਚ ਕੇ ਰਵਾਂਗੇ ਤੇ ਅਸੀਂ ਨਿਰੰਤਰ ਹੀ ਪਰਮਾਤਮਾ ਜੀ ਨੂੰ ਪਾ ਸਕਦੇ ਹਾਂ। ਹਾਂਜੀ ਭੈਣ ਜੀ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਤੇ ਹੀ ਕਰਕੇ ਅਸੀਂ ਜਿਹੜੇ ਹਾਂ ਪਰਮਾਤਮਾ ਤੋਂ ਦੂਰ ਹੋ ਜਾਂਦੇ ਹਾਂ। ਤੇ ਭੈਣ ਜੀ ਮੈਨੂੰ ਦੱਸੋ, ਜਿਹੜੇ ਅੱਜ ਕੱਲ੍ਹ ਦੇ ਮਤਲਬ ਅਸੀਂ ਜਿਹੜੇ ਬੱਚੇ ਆ ਜਾਂ ਜਿਹੜੀ ਜਨਰੇਸ਼ਨ ਹੈ ਸਾਡੀ, ਇਹ ਮਤਲਬ ਹੋਰ ਪਾਸੇ ਲੱਗ ਗਈ ਆ, ਜਿੱਦਾਂ ਕਹਿ ਸਕਦੇ ਆ ਗਲਤ ਰਾਹਾਂ ਵੱਲ ਚਲੀ ਗਈ ਆ, ਤੇ ਇਹਨਾਂ ਨੂੰ ਪਰਮਾਤਮਾ ਦੇ ਨਾਲ ਜਿਹੋ ਜਿਹਾ ਪਿਆਰ ਸਾਡੇ ਬੱਚਿਆਂ ਨੂੰ ਹੋਣਾ ਚਾਹੀਦਾ ਹੈ ਉਹ ਨਹੀਂ ਰਿਹਾ, ਤੇ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਜਿਹੜੀ ਅੱਜ ਦੀ ਜਨਰੇਸ਼ਨ ਹੈ? ਹਾਂਜੀ ਵਾਹਿਗੁਰੂ, ਸਭ ਤੋਂ ਵੱਡੀ ਗੱਲ ਹੈ ਕਿ ਮੈਂ ਤੁਹਾਨੂੰ ਦੱਸਿਆ ਹੈ ਕਿ ਅਸੀਂ ਜਿਹੜਾ ਹੈ ਬਹੁਤ ਸਮੇਂ ਤੋਂ ਪਰਮਾਤਮਾ ਤੋਂ ਟੁੱਟੇ ਹੋਏ ਹਾਂ ਤੇ ਇਹ ਇੰਨਾ ਸੌਖਾ ਨਹੀਂ ਹੈ ਕਿ ਅਸੀਂ ਇਸ ਮੈਲ ਨੂੰ ਇੰਨੇ ਜਲਦੀ ਧੁੱਲ ਕੇ ਤੇ ਇਸ ਨਾਲ ਪਰਮਾਤਮਾ ਨਾਲ ਜੁੜ ਸਕੀਏ। ਤੇ ਅਸੀਂ ਇੱਕ ਬੇਸਿਕ ਤੋਂ ਸਟਾਰਟ ਕਰਨਾ ਹੈ ਕਿ ਅਸੀਂ ਜਿਵੇਂ ਜਪਜੀ ਸਾਹਿਬ ਜੀ ਦੀ ਬਾਣੀ ਪੜ੍ਹਦੇ ਹਾਂ ਤੇ ਅਸੀਂ ਉਸ ਨੂੰ ਪੜ੍ਹਨ ਤੱਕ ਸੀਮਿਤ ਨਹੀਂ ਰੱਖਣਾ, ਉਸ ਨੂੰ ਵਿਚਾਰੋ ਕਿ ਗੁਰੂ ਜੀ ਕੀ ਫਰਮਾਨ ਕਰਦੇ ਨੇ। ਤੇ ਜਿਉਂ-ਜਿਉਂ ਅਸੀਂ ਬੈਠ ਕੇ, ਸਭ ਤੋਂ ਵੱਡੀ ਗੱਲ ਜਨ ਨਾਨਕ ਤੂੜ ਮੰਗੇ ਤਿਸ ਗੁਰਸਿੱਖ ਕੀ, ਜੋ ਆਪ ਜਪੇ ਆਵਰਾ ਨਾਮ ਜਪਾ। ਤੇ ਗੁਰੂ ਨਾਨਕ ਪਾਤਸ਼ਾਹ ਦਾ ਇਹ ਫਰਮਾਨ ਹੈ, ਜਦ ਅਸੀਂ ਇਸ ਤੇ ਅਸੀਂ ਇਕੱਠੇ ਬੈਠ ਕੇ ਨਾਮ ਜਪਾਂਗੇ ਤੇ ਸਾਡੀ ਕਮਿਊਨਿਟੀ ਨੂੰ ਵੀ ਬੜਾ ਹੀ ਲਾਭ ਹੋਏਗਾ ਇਹਦੇ ਨਾਲ, ਕਿਉਂਕਿ ਸਾਡੀ ਕਮਿਊਨਿਟੀ ਜਿਹੜੀ ਹੈ ਉਹ ਭਟਕਦੀ ਜਾ ਰਹੀ ਹੈ, ਕਿਉਂਕਿ ਸਾਨੂੰ ਗੁਰੂ ਮਹਾਰਾਜ ਦੇ ਫਰਮਾਨ, ਗੁਰੂ ਜੀ ਦੀ ਬਖਸ਼ੀ ਹੋਈ ਜਿਹੜੀ ਬਾਣੀ ਹੈ ਉਹਦੇ ਬਾਰੇ ਸਾਡੇ ਵਿਚਾਰਧਾਰਾ ਬਹੁਤ ਘੱਟ ਹੋ ਗਈ ਹੈ ਤੇ ਉਸ ਨੂੰ ਸਮਝਣ ਦੀ ਜਿਹੜੀ ਸਾਡੀ ਸੋਚ ਹੈ ਉਹ ਬਹੁਤ ਪਰੇ ਹੋ ਗਈ ਹੈ। ਤੇ ਅਸੀਂ ਬੈਠ ਕੇ ਜਦ ਨਿਰੰਤਰ ਨਾਮ ਜਪਾਂਗੇ, ਅਸੀਂ ਆਪ ਜਪਾਂਗੇ ਤੇ ਹੋਰਨਾਂ ਨੂੰ ਵੀ ਜਪਾਂਗੇ। ਜਿਵੇਂ ਤੁਸੀਂ ਹੋ, ਅਸੀਂ ਸਾਰੇ ਆਪਣੇ ਫੈਮਿਲੀ ਨੂੰ, ਜਿਵੇਂ ਅਸੀਂ ਘਰ ਬੈਠੇ ਹਾਂ ਤੇ ਸਭ ਤੋਂ ਪਹਿਲੀ ਕੋਸ਼ਿਸ਼ ਆਪਣੇ ਘਰ ਤੋਂ ਕਰੋ ਕਿ ਆਪਣੀ ਫੈਮਿਲੀ ਨੂੰ ਬਿਠਾ ਕੇ ਨਾਮ ਜਪਾਓ। ਫਿਰ ਆਪਣੇ ਫਰੈਂਡਸ ਨਾਲ ਇਵੇਂ ਸਾਡੀ ਕਮਿਊਨਿਟੀ ਜਿਵੇਂ ਨਾਮ ਨਾਲ ਜੁੜਦੀ ਜਾਏਗੀ ਤੇ ਸਾਡੇ ਅੰਦਰ ਨਿਰੰਤਰ ਪ੍ਰੇਮ ਪੈਦਾ ਹੋਏਗਾ, ਕਿਉਂਕਿ ਇੱਕ ਨਾਮ ਹੀ ਹੈ ਜਿਸ ਵਿੱਚ ਪ੍ਰੇਮ ਹੈ ਤੇ ਸਾਡੇ ਅੰਦਰ ਪ੍ਰੇਮ ਤੇ ਯੂਨਿਟੀ ਬਹੁਤ ਜ਼ਿਆਦਾ ਆ ਜਾਏਗੀ ਤੇ ਸਾਡੀ ਜਿਹੜੀ ਕਮਿਊਨਿਟੀ ਆਪਸ ਵਿੱਚ ਬੌਂਡਡ ਰਹੇਗੀ। ਜਿਹੜੇ ਧੜੇ ਨੇ, ਕਿਉਂਕਿ ਕਲਯੁਗ ਵਿੱਚ ਧੜੇ ਪੰਜ ਚੋਰ ਝਗੜਾਏ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਵਧਾਏ। ਤੇ ਕਲਯੁਗ ਵਿੱਚ ਜਿਹੜੇ ਧੜੇ ਨੇ ਇਹ ਬਣੇ ਹੋਏ ਨੇ ਤੇ ਇਹ ਧੜਿਆਂ ਨੂੰ ਤੋੜਨ ਲਈ ਸਿਰਫ ਇੱਕੋ ਆਧਾਰ ਹੈ, ਉਹ ਹੈ ਨਾਮ। ਤੇ ਅਸੀਂ ਜਦ ਇਕੱਠੇ ਬੈਠ ਕੇ ਸਭ ਨਾਮ ਜਪਾਂਗੇ, ਸਾਡੀ ਕਮਿਊਨਿਟੀ ਨੂੰ ਇਸ ਚੀਜ਼ ਦਾ ਬਹੁਤ ਹੀ ਜ਼ਿਆਦਾ ਲਾਭ ਹੋਏਗਾ ਤੇ ਸਾਡੇ ਵਿੱਚ ਯੂਨਿਟੀ ਆਏਗੀ, ਅਸੀਂ ਬੌਂਡਡ ਰਵਾਂਗੇ। ਅਸੀਂ ਨਾਮ ਜਪਦੇ ਆਪਣੀ ਮੂਲ ਨੂੰ ਪਛਾਣ ਸਕਾਂਗੇ ਕਿ ਸਿੱਖੀ ਦਾ ਮੂਲ ਕੀ ਹੈ, ਕਿਉਂਕਿ ਅਸੀਂ ਬਹੁਤ ਹੀ ਵਡਭਾਗੀ ਹਾਂ ਕਿ ਸਾਡੇ ਕੋਲ ਪੂਰਨ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ, ਬਟ ਅਸੀਂ ਉਹਨਾਂ ਨੂੰ ਸਿਰਫ ਮੱਥਾ ਟੇਕਣ ਤੇ ਸੀਮਿਤ ਰੱਖਿਆ ਹੋਇਆ। ਸਾਨੂੰ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਸਮਝਣਾ ਚਾਹੀਦਾ ਹੈ, ਉਹ ਪੂਰਨ ਗੁਰੂ ਨੇ ਤੇ ਪੂਰਨ ਗੁਰੂ ਸਾਨੂੰ ਪਰਮਾਤਮਾ ਤੱਕ ਪਹੁੰਚਣ ਦਾ ਮਾਰਗ ਦੱਸ ਰਹੇ ਨੇ। ਤੇ ਅਸੀਂ ਅਗਰ ਇਸ ਆਤਮਿਕ ਅਵਸਥਾ ਤੇ ਤੁਰਾਂਗੇ ਤਾਂ ਸਾਨੂੰ ਪਤਾ ਲੱਗੇਗਾ ਕਿ ਇਸ ਵਿੱਚ ਕਿੰਨਾ ਮਿਠਾਸ ਹੈ ਤੇ ਕਿੰਨੀ ਹੀ ਜ਼ਿਆਦਾ ਇਸ ਵਿੱਚ ਕਿੰਨਾ ਪ੍ਰੇਮ ਹੈ। ਤੇ ਅਸੀਂ ਕਲਯੁਗ ਕਾਲ ਸਾਨੂੰ ਕਿਵੇਂ ਠੱਗ ਰਿਹਾ ਹੈ, ਇਹ ਠੱਗ ਹੈ, ਸਾਨੂੰ ਠੱਗ ਰਿਹਾ ਹੈ ਤੇ ਸਾਨੂੰ ਇਸ ਤੋਂ ਬਹੁਤ ਹੀ ਜ਼ਿਆਦਾ ਪ੍ਰੀਕਾਸ਼ਨਸ ਲੈਣੀ ਚਾਹੀਦੀ ਹੈ। ਤੇ ਸਾਨੂੰ ਟਾਈਮ ਟੂ ਟਾਈਮ ਮੈਨੂੰ ਐਸਾ ਲੱਗਦਾ ਹੈ ਕਿ ਕੈਂਪਸ ਲਗਾਉਣੇ ਚਾਹੀਦੇ ਨੇ। ਹੋਰ ਸਾਨੂੰ ਇੱਕ ਗੁਰਦੁਆਰੇ ਸਾਹਿਬ ਜੀ ਵਿੱਚ ਇਸ ਚੀਜ਼ ਦਾ ਪ੍ਰਚਾਰ ਹੋਣਾ ਚਾਹੀਦਾ ਹੈ ਤਾਂ ਕਿ ਸਾਡੀ ਨਿਊ ਜਨਰੇਸ਼ਨ ਜਿਹੜੀ ਹੈ ਉਹ ਅੱਗੇ ਵਧੇ ਤੇ ਗੁਰਬਾਣੀ ਗੁਰੂ ਸਾਹਿਬ ਜੀ ਮਹਾਰਾਜ ਨੂੰ ਸਮਝ ਸਕੇ ਤੇ ਉਹਨਾਂ ਦੀ ਬਾਣੀ ਨੂੰ ਸਮਝ ਸਕਣ ਤੇ ਉਹਨਾਂ ਤੇ ਚੱਲ ਸਕਣ। ਸਿਰਫ ਇੱਕ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਤਾਂ ਅਸੀਂ ਦੁਨੀਆ ਦੀ ਹੋਰ ਸਾਰੀ ਕੋਸ਼ਿਸ਼ਾਂ ਕਰ ਰਹੀਏ ਆਪਣੀ ਜਨਰੇਸ਼ਨ ਨੂੰ ਸੁਧਾਰਨ ਲਈ, ਬਟ ਹੋਰ ਕੋਈ ਕੋਸ਼ਿਸ਼ ਸਾਡੀ ਕਾਮਯਾਬ ਨਹੀਂ ਹੋ ਸਕਦੀ। ਸਿਰਫ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹੀ ਹਨ ਜੋ ਸਾਨੂੰ ਸੱਚੇ ਮਾਰਗ ਦਿਖਾ ਸਕਦੇ ਨੇ। ਹਾਂਜੀ ਭੈਣ ਜੀ, ਇਹ
ਤਾਂ ਗੱਲ ਹੈ ਕਿ ਸਾਡੀ ਕੌਮ ਨੂੰ ਅੱਜ ਸੰਗਤ ਦੀ ਬੜੀ ਲੋੜ ਹੈ, ਕਿਉਂਕਿ ਸੰਗਤ ਨਾਲ ਹੀ ਅਸੀਂ ਇੱਕ ਤਾਂ ਆਪ ਵੀ ਗੁਰੂ ਮਹਾਰਾਜ ਨਾਲ ਜੁੜ ਸਕਦੇ ਹਾਂ, ਤੇ ਹੋਰ ਵੀ ਬਾਕੀਆਂ ਨੂੰ ਵੀ ਉਹਨਾਂ ਦੇ ਲੜ ਲਾ ਸਕਦੇ ਹਾਂ, ਜਿਹੜੇ ਸਾਡੇ ਭਟਕੇ ਹੋਏ ਦੋਸਤ ਹੁੰਦੇ ਨੇ, ਜਿੱਦਾਂ ਜਾਂ ਕਹਿ ਸਕਦੇ ਹਾਂ ਪਰਿਵਾਰ ਚੋਂ ਕੋਈ ਹੁੰਦਾ ਹੈ, ਤੇ ਉਹਨਾਂ ਨੂੰ ਅਸੀਂ ਸੰਗਤ ਦੇ ਰਾਹੀਂ ਗੁਰੂ ਮਹਾਰਾਜ ਨਾਲ ਜੋੜ ਤੇ ਸਕਦੇ ਸਾਨੂੰ ਇਸ ਚੀਜ਼ ਦਾ ਬਿਲਕੁਲ ਗਿਆਨ ਹੋਣਾ ਚਾਹੀਦਾ ਕਿ ਅਸੀਂ ਅਭਿਆਸ ਕਿਵੇਂ ਕਰਨਾ ਹੈ, ਕਿਉਂਕਿ ਅਸੀਂ ਮੈਕਸਿਮਮ ਟਾਈਮ ਜਦ ਬਾਣੀ ਪੜ੍ਹਦੇ ਹਾਂ ਤੇ ਅਭਿਆਸ ਕਰਦੇ ਹਾਂ ਨਾ, ਤੇ ਅਸੀਂ ਵਿਚਾਰਾਂ ਵਿੱਚ ਹੀ ਕਰਦੇ ਤੇ ਜਿੱਦਾਂ ਉਹ ਜਿਹੜਾ ਹੈ ਉਹ ਸਾਡੇ ਲਿਖੇ ਨਹੀਂ ਲੱਗਦਾ, ਕਿਉਂਕਿ ਅਸੀਂ ਤ੍ਰੈਗੁਣੀ ਮਾਇਆ ਵਿੱਚ ਹੀ ਅਭਿਆਸ ਕਰਦੇ ਹਾਂ, ਗੁਰਬਾਣੀ ਪੜ੍ਹਦੇ ਹਾਂ, ਤੇ ਸਾਨੂੰ ਪਤਾ ਹੀ ਨਹੀਂ ਹੁੰਦਾ ਗੁਰੂ ਜੀ ਫਰਮਾ ਕੀ ਰਹੇ ਨੇ। ਅਗਰ ਅਸੀਂ ਗੁਰਦੁਆਰੇ ਸਾਹਿਬ ਜੀ ਵੀ ਜਾਂਦੇ ਹਾਂ ਤੇ ਤ੍ਰੈਗੁਣੀ ਮਾਇਆ ਵਿੱਚ ਹੀ ਰਹਿੰਦੇ, ਤੇ ਅਸੀਂ ਕੋਸ਼ਿਸ਼ ਕਰਨੀ ਹੈ ਕਿ ਆਪਣਾ ਜ਼ਿਆਦਾ ਤੋਂ ਜ਼ਿਆਦਾ ਸਵਾਸ ਚੌਥੇ ਪਦ ਵਿੱਚ ਖਰਚ ਕਰੀਏ। ਉਹਨੂੰ ਕਹਿੰਦੇ ਤ੍ਰੈਗੁਣ ਮੇਟੇ ਚੌਥੇ ਪਦ ਪਾਏ। ਠੀਕ ਹੈ, ਅਸੀਂ ਕੀ ਕਰਨਾ ਹੁੰਦਾ ਹੈ, ਜਦ ਵੀ ਨਾਮ ਜਪਣਾ ਹੈ, ਗੁਰੂ ਜੀ ਕਹਿੰਦੇ ਰਸਨਾ ਗਾਈਏ ਸ਼੍ਰਵਣੀ ਸੁਣੀਏ ਹਿਰਦੇ ਤੇ ਆਈਏ ਸੋਏ। ਅਸੀਂ ਜੋ ਵੀ ਬੋਲ ਰਹੇ ਹਾਂ ਉਹ ਅਸੀਂ ਸ਼੍ਰਵਣਾ ਨਾਲ ਸੁਣਨਾ ਹੈ, ਤਾਂ ਹੀ ਸਾਡੇ ਹਿਰਦੇ ਵਿੱਚ ਜਾ ਕੇ ਵਸੇਗੀ ਉਹ ਚੀਜ਼। ਤੇ ਇਸ ਚੀਜ਼ ਦਾ ਖਾਸ ਖਿਆਲ ਰੱਖਣਾ ਹੁੰਦਾ ਹੈ ਕਿ ਜਦ ਅਸੀਂ ਨਾਮ ਜਪ ਰਹੇ, ਕਿਤੇ ਸਾਨੂੰ ਕਾਲ ਠੱਗ ਤੇ ਨਹੀਂ ਰਿਹਾ, ਕਿ ਅਸੀਂ ਨਾਮ ਜਪਦੇ ਹੋਏ ਸਾਡਾ ਨਿਰੰਤਰ ਧਿਆਨ ਜਿਹੜਾ ਹੈ ਉਹ ਗੁਰੂ ਜੀ ਦੇ ਸ਼ਬਦਾਂ ਤੇ ਹੈ, ਜੋ ਅਸੀਂ ਅਭਿਆਸ ਕਰ ਰਹੇ ਹਾਂ ਉਸ ਤੇ ਹੈ। ਇਸ ਦਾ ਖਾਸ ਖਿਆਲ ਰੱਖਦੇ ਹੋਏ ਅਸੀਂ ਇਹ ਨਾਮ ਜਪਣਾ ਤੇ ਬਾਣੀ ਪੜ੍ਹਨੀ ਹੈ, ਕਿਉਂਕਿ ਇਸੀ ਚੀਜ਼ ਦੀ ਕਾਟ ਦੀ ਵਜ੍ਹਾ ਨਾਲ ਅਸੀਂ ਅੱਜ ਬਹੁਤ ਪਿੱਛੇ ਹੋ ਗਏ। ਹਾਂਜੀ ਬਿਲਕੁਲ। ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਡਾਕਟਰ ਸੁਮਿਤ ਕੌਰ ਜੀ, ਸਾਨੂੰ ਬਹੁਤ ਕੁਝ ਤੁਹਾਡੇ ਕੋਲੋਂ ਸਿੱਖਣ ਨੂੰ ਮਿਲਿਆ। ਤੇ ਸਾਡੀ ਜਿਹੜੀ ਪੀੜ੍ਹੀ ਹੈ, ਉਹ ਮੈਨੂੰ ਲੱਗਦਾ ਹੈ ਸਾਡੀ ਜਨਰੇਸ਼ਨ ਜਿਹੜੀ ਹੈ ਉਹ ਇਸ ਚੀਜ਼ ਤੋਂ ਕਾਫੀ ਸਿੱਖ ਲਵੇਗੀ ਕਿ ਸਾਨੂੰ ਨਾਮ ਨਾਲ ਤੇ ਸਾਡਾ ਜੀਵਨ ਜਿਹੜਾ ਹੈ ਉਹ ਗੁਰੂ ਮਹਾਰਾਜ ਦੇ ਬਿਨਾਂ ਅਧੂਰਾ ਹੈ, ਤੇ ਸਾਨੂੰ ਗੁਰੂ ਮਹਾਰਾਜ ਨੂੰ ਮਿਲਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਤੇ ਨਾ ਕਿ ਭਟਕਣ ਦੀ। ਤੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੁਹਾਡਾ ਸਾਡੇ ਚੈਨਲ ਤੇ ਆਉਣ ਤੇ ਸਾਨੂੰ ਇੰਨੀਆਂ ਚੀਜ਼ਾਂ ਦੀ ਸਿੱਖਿਆ ਦੇਣ ਤੇ ਜੀ। ਬਹੁਤ ਬਹੁਤ ਧੰਨਵਾਦ ਸੰਗਤ ਜੀ ਦਾ ਬਖਸ਼ਣ ਜੋ ਨੇ, ਜੇ ਕੋਈ ਭੁੱਲ ਚੁੱਕ ਹੋਈ ਹੋਵੇ ਤੇ ਖਿਮਾ ਦੇ ਜਾਚਕਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ। ਸਾਧ ਸੰਗਤ ਜੀ, ਇਹ ਸਨ ਡਾਕਟਰ ਸੁਮਿਤ ਕੌਰ ਜੀ, ਜਿਨ੍ਹਾਂ ਪਾਸੋਂ ਆਪਣੇ ਬੜੇ ਹੀ ਸੋਹਣੇ ਵਿਚਾਰ ਸਰਵਣ ਕੀਤੇ ਨੇ, ਜਿਨ੍ਹਾਂ ਨੇ ਸਾਨੂੰ ਦੱਸਿਆ ਕਿ ਸਾਡੇ ਜੀਵਨ ਸਫਲ ਕਰਨ ਦੇ ਅਸਲ ਮਾਇਨੇ ਕੀ ਨੇ। ਤੇ ਅਸੀਂ ਜਿਹੜਾ ਇਸ ਦੁਨੀਆ ਵਿੱਚ ਆ ਕੇ ਭਟਕ ਜਾਂਦੇ ਹਾਂ ਤੇ ਗੁਰੂ ਪਰਮਾਤਮਾ ਨੂੰ ਨਹੀਂ ਮਿਲਦੇ, ਤੇ ਉਸ ਚੀਜ਼ ਨਾਲ ਸਾਡਾ ਕਿੰਨਾ ਬੜਾ ਨੁਕਸਾਨ ਹੋ ਜਾਂਦਾ ਹੈ। ਕਿਉਂਕਿ ਅਗਰ ਅਸੀਂ ਆਏ ਹਾਂ ਤੇ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਸਾਡੇ ਜੀਵਨ ਦਾ ਅਸਲ ਮਕਸਦ ਕੀ ਹੈ, ਕਿਉਂਕਿ ਅਗਰ ਅਸੀਂ ਪਰਮਾਤਮਾ ਨੂੰ ਨਹੀਂ ਮਿਲਦੇ ਤੇ ਅਸੀਂ 84 ਲੱਖ ਜੂਨਾਂ ਵਿੱਚ ਭਟਕ ਜਾਣਾ ਸੀ। ਇਹ ਮਨੁੱਖਤਾ ਜੀਵਨ ਜਿਹੜਾ ਹੈ ਸਾਨੂੰ ਬੜੀ ਹੀ ਮੁਸ਼ਕਿਲ ਨਾਲ ਮਿਲਿਆ ਹੈ, ਤੇ ਅਸੀਂ ਬੜੇ ਵਡਭਾਗੀ ਹਾਂ ਕਿ ਸਾਨੂੰ ਮਨੁੱਖਤਾ ਜੀਵਨ ਗੁਰੂ ਮਹਾਰਾਜ ਨੇ ਬਖਸ਼ਿਆ ਹੈ। ਤੇ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਅਸੀਂ ਇਸੇ ਮਨੁੱਖਤਾ ਜੀਵਨ ਨੂੰ ਕਿਸੇ ਲੇਖੇ ਲਾਈਏ ਤੇ ਪਰਮਾਤਮਾ ਨੂੰ ਮਿਲੀਏ, ਨਾ ਕਿ 84 ਲੱਖ ਜੂਨਾਂ ਵਿੱਚ ਭਟਕਦੇ ਰਹੀਏ। ਤੇ ਉਮੀਦ ਕਰਦੇ ਹਾਂ ਤੁਸੀਂ ਸਾਡੇ ਚੈਨਲ ਨੂੰ ਇੰਨਾ ਹੀ ਜ਼ਿਆਦਾ ਪਿਆਰ ਦੇਵੋਗੇ ਤੇ ਤੁਹਾਨੂੰ ਜਿਹੜਾ ਸਾਡਾ ਅੱਜ ਦਾ ਐਪੀਸੋਡ ਹੈ ਇਹ ਚੰਗਾ ਲੱਗਿਆ ਹੋਣਾ ਹੈ। ਤੇ ਇਹੋ ਜਿਹੇ ਹੋਰ ਵਿਸ਼ਿਆਂ ਬਾਰੇ ਜਾਣਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਤੇ ਤੁਸੀਂ ਇਹੋ ਜਿਹਾ ਪਿਆਰ ਸਾਡੇ ਚੈਨਲ ਨੂੰ ਦਿੰਦੇ ਰਹੋ, ਤੇ ਅਸੀਂ ਹੋਰ ਜ਼ਿਆਦਾ ਇਸ ਨੂੰ ਹੋਰ ਚੰਗੀ ਤਰ੍ਹਾਂ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।